जी आयां नूं प्यारे विद्यार्थियों। पंजाब स्टेट एजुकेशन बोर्ड की 8वीं जमात की अंग्रेजी की किताब माई इंग्लिश कंपेनियन उसका लैसन नंबर 9 जिसका सिरलेख है चार्ज फॉर लव, उसकी एक्टिविटी नंबर 6 जिसका सिरलेख है कॉम्प्रीहेंशन पैसेज इस वीडियो में करन जा रहे हाँ। सो तुसी नोट डाउन करन लई अपनी नोटबुक ले लो ते सारे आंसर्स नूं कॉपी डाउन कर लो। ते बच्चों बड़ा ही जानकारी भरपूर एक्टिविटी हैगी है, सिर्फ ਤੁਹਾਡੇ ਲਈ नहीं, ਤੁਸੀਂ ਇਹਨੂੰ ਸਿੱਖ ਕੇ ਆਪਣੇ ਘਰ ਦੇ ਜਿਹੜੇ ਹੋਰ ਮੈਂਬਰ ਨੇ ਵੱਡੇ ਨੇ ਉਹਨਾਂ ਦੇ ਨਾਲ ਵੀ ਇਹ ਗੱਲ ਸਾਂਝੀ ਕਰੋ। ਇਹ ਡੇਂਗੀ ਬਾਰੇ ਵੀ ਜਿਹਨੂੰ ਅਸੀਂ ਪੰਜਾਬੀ 'ਚ ਡੇਂਗੂ ਦਾ ਬੁਖਾਰ ਕਹਿੰਦੇ ਹਾਂ ਉਹਦੇ ਬਾਰੇ ਬੜੀ ਹੀ ਜਾਣਕਾਰੀ ਭਰਪੂਰ ਐਕਟੀਵਿਟੀ ਹੈ। ਕੰਪਰੀਹੈਂਸ਼ਨ ਪੈਸੇਜ ਹੁੰਦਾ ਵੀ ਇੱਕ ਪੈਰਾਗ੍ਰਾਫ ਦਿੱਤਾ ਜਾਂਦਾ ਹੈ, ਉਹਨੂੰ ਪੜ੍ਹਨਾ ਸਮਝਣਾ ਤੇ ਫਿਰ ਉਸ ਦੇ ਆਧਾਰ ਤੇ ਕੁਝ ਸਵਾਲ ਜਵਾਬ ਹੁੰਦੇ ਨੇ ਤੇ ਉਹਨਾਂ ਦਾ ਜਵਾਬ ਦੇਣਾ। ਸੋ ਇਹ ਕੰਪਰੀਹੈਂਸ਼ਨ ਕਿਸੇ ਵੀ ਬੋਲੀ ਵਿੱਚ ਮੁਹਾਰਤ ਹਾਸਲ ਕਰਨ ਲਈ ਬਹੁਤ ਹੀ ਵੱਡਾ ਯੋਗਦਾਨ ਹੈ ਹੁੰਦਾ ਹੈ। ਕੰਪਰੀਹੈਂਸ਼ਨ ਦਾ ਬੜਾ ਹੀ ਅਹਿਮ ਭੂਮਿਕਾ ਹੁੰਦੀ ਹੈ। ਸੋ ਲਿਖੀ ਹੋਈ ਗੱਲ ਨੂੰ ਠੀਕ ਢੰਗ ਦੇ ਨਾਲ ਸਮਝ ਲੈਣਾ ਇਹ ਸਾਡੀ ਵਿੱਦਿਆ ਦਾ ਇੱਕ ਅੱਗੇ ਵਧਣ ਦਾ ਤਰੱਕੀ ਦਾ ਸਭ ਤੋਂ ਵੱਡਾ ਇੱਕ ਪੈਮਾਨਾ ਹੁੰਦਾ ਹੈ ਕਿ ਅਸੀਂ ਲਿਖੀ ਹੋਈ ਗੱਲ ਨੂੰ ਕਿਸ ਹੱਦ ਤੱਕ ਸਮਝ ਸਕਦੇ ਹਾਂ। ਤੇ ਦੂਜੀ ਗੱਲ ਇਹਦੇ ਨਾਲ ਜੁੜੀ ਹੁੰਦੀ ਹੈ ਕਿ ਅਸੀਂ ਫਿਰ ਜਿਹੜੀ ਗੱਲ ਅਸੀਂ ਸਮਝੀਏ ਉਹਨੂੰ ਅਸੀਂ ਆਪਣੇ ਸ਼ਬਦਾਂ ਵਿੱਚ ਕਿਵੇਂ ਪ੍ਰਗਟ ਕਰ ਸਕਦੇ ਹਾਂ। ਸੋ ਇਸ ਕਰਕੇ ਇਹਨੂੰ ਬੜੇ ਧਿਆਨ ਨਾਲ ਸੁਣਿਓ। ਇਹ ਸਿਰਫ ਇਹ ਬੇਸ਼ੱਕ ਪੈਸੇਜ ਤੁਹਾਡੇ ਲੈਸਨ ਨਾਲ ਸੰਬੰਧਿਤ ਨਹੀਂ ਹੈਗਾ, ਇਹ ਲੈਂਗੁਏਜ ਨਾਲ ਸੰਬੰਧਿਤ ਹੈਗਾ, ਪਰ ਬੜੀ ਇਹ 'ਚ ਜਾਣਕਾਰੀ ਹੈ, ਬੜੀ ਮਹੱਤਵਪੂਰਨ ਸਿਹਤ ਨਾਲ ਜੁੜੀ ਹੋਈ ਤੇ ਤੁਸੀਂ ਆਪਣੇ ਘਰ ਦੇ ਵੱਡੇ ਮੈਂਬਰਾਂ ਦੇ ਨਾਲ ਵੀ, ਆਪਣੇ ਮਾਤਾ ਪਿਤਾ ਦੇ ਨਾਲ, ਵੱਡੇ ਭੈਣ ਭਰਾ ਦੇ ਨਾਲ ਵੀ ਇਹ ਗੱਲ ਜ਼ਰੂਰ ਸਾਂਝੀ ਕਰਿਓ ਤਾਂ ਕਿ ਉਹਨਾਂ ਦਾ ਵੀ ਭਲਾ ਹੋਵੇ। ਤੇ ਇਸੀ ਚੈਨਲ ਦੇ ਉੱਤੇ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਨਾਲ ਸੰਬੰਧਿਤ ਤਿੰਨ ਪਲੇਲਿਸਟ ਹੋ ਰਹੀਆਂ, ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ। ਤੇ ਉਹ ਇੱਕ ਹੈਗੀ 8th ਸਾਇੰਸ, ਦੂਜੀ ਹੈ 8th ਮੈਥ ਤੇ ਤੀਜੀ ਹੈ 8th ਮੈਥ ਨੋਟਸ। ਸੋ ਪਿਆਰੇ ਵਿਦਿਆਰਥੀਓ ਮੇਰੀ ਤੁਹਾਨੂੰ ਤਾਕੀਦ ਹੈ ਕਿ ਤੁਸੀਂ ਅੰਗਰੇਜ਼ੀ ਦੇ ਨਾਲ ਨਾਲ ਸਾਇੰਸ ਅਤੇ ਮੈਥ ਤੇ ਹੋਰ ਜਿਹੜੇ ਵਿਸ਼ੇ ਨੇ ਉਹਨਾਂ ਨੂੰ ਵੀ ਬਰਾਬਰ ਦੀ ਤਵੱਜੋ ਦਿਓ। ਸੋ ਆਓ ਸ਼ੁਰੂ ਕਰੀਏ ਇਹ ਵਾਲੀ ਐਕਟੀਵਿਟੀ। ਸੋ ਇਹ ਦੇਖੋ ਡੇਂਗੂ, ਅਸੀਂ ਇਹਨੂੰ ਪੰਜਾਬੀ 'ਚ ਬੋਲਦੇ ਨੇ ਡੇਂਗੂ, ਕੋਈ ਗੱਲ ਨਹੀਂ, ਹਰ ਬੋਲੀ ਦਾ ਆਪਣਾ ਇੱਕ ਜਿਹੜਾ ਰੂਪ ਹੈ ਉਹ ਇਖਤਿਆਰ ਹੋ ਜਾਂਦਾ ਹੈ। ਪਰ ਜਿਹੜੇ ਇਹਨੂੰ ਅੰਗਰੇਜ਼ੀ ਵਿੱਚ ਬੋਲਣਾ ਹੈ ਤੇ ਅਸੀਂ ਡੇਂਗੂ ਨਹੀਂ ਬੋਲਣਾ, ਇਹਨੂੰ ਬੋਲਣਾ ਡੇਂਗੀ। ਅੰਗਰੇਜ਼ੀ ਵਿੱਚ ਇਹਦਾ ਉਚਾਰਨ ਡੇਂਗੀ ਹੈਗਾ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਡੇਂਗੂ ਬੋਲਦੇ ਹਾਂ। ਠੀਕ ਹੈ। ਸੋ ਡੇਂਗੀ ਇਜ਼ ਅ ਵਾਇਰਲ ਡਿਜ਼ੀਜ਼, ਅਰਥਾਤ ਵਾਇਰਲ ਮੈਨੇ ਵਾਇਰਸ ਤੋਂ ਫੈਲਣ ਵਾਲੀ। ਵਾਇਰਲ ਕੀ ਹੈਗਾ? ਵਾਇਰਸ ਦਾ ਵਿਸ਼ੇਸ਼ਣ ਹੈਗਾ, ਐਡਜੈਕਟਿਵ ਹੈਗਾ। ਡਿਜ਼ੀਜ਼ ਮੈਨੇ ਬਿਮਾਰੀ। ਡੇਂਗੀ ਇਜ਼ ਅ ਵਾਇਰਲ ਡਿਜ਼ੀਜ਼, ਅਰਥਾਤ ਡੇਂਗੀ ਇੱਕ ਵਾਇਰਸ ਰਾਹੀਂ ਫੈਲਣ ਵਾਲੀ ਬਿਮਾਰੀ ਹੈ। ਇਟ ਸਪਰੈਡਸ ਥਰੂ ਦੀ ਬਾਈਟ, ਬਾਈਟ ਮੈਨੇ ਹੁੰਦਾ ਦੰਦੀ ਜਾਂ ਡੰਗ, ਆਫ ਐਨ ਈਡਿਸ ਮੋਸਕੀਟੋ, ਮੋਸਕੀਟੋ ਮੈਨੇ ਮੱਛਰ। ਹੁਣ ਮੱਛਰਾਂ ਦੀ ਵੀ ਕਈ ਕਿਸਮਾਂ ਨੇ ਬੱਚਿਓ। ਸੋ ਈਡਿਸ ਮੱਛਰ ਜਿਹੜਾ ਹੈ ਉਹਦੇ ਰਾਹੀਂ ਡੇਂਗੀ ਫੈਲਦਾ ਹੈ। ਇੱਕ ਹੋਰ ਮੱਛਰ ਵੀ ਹੁੰਦਾ ਬੱਚਿਓ ਕਾਲੇ ਰੰਗ ਦਾ, ਇਹ ਥੋੜਾ ਚਿੱਟੇ ਰੰਗ ਦਾ ਹੁੰਦਾ ਹੈ, ਮਤਲਬ ਕਿ ਫਿੱਕਾ ਰੰਗ ਹੁੰਦਾ ਇਹਦਾ, ਈਡਿਸ ਮੋਸਕੀਟੋ ਦਾ। ਇੱਕ ਮੋਸਕੀਟੋ ਹੋਰ ਹੁੰਦਾ ਹੈ, ਉਹਨੂੰ ਕਹਿੰਦੇ ਆ ਮਲੇਰੀਆ, ਉਹਨਾਂ ਫੈਲਦਾ ਹੈ, ਉਹਨੂੰ ਕਹਿੰਦੇ ਐਨੋਫੀਲਸ, ANOPHELES, ਉਹ ਹੁੰਦਾ ਐਨੋਫੀਲਸ ਮੋਸਕੀਟੋ, ਉਹ ਦੂਜੀ ਕਿਸਮ ਹੈ, ਉਹਦੇ ਰਾਹੀਂ ਮਲੇਰੀਆ ਫੈਲਦਾ ਹੈ। ਜਿਹੜਾ ਈਡਿਸ ਮੋਸਕੀਟੋ ਹੈ ਇਹ ਦੂਜੀ ਕਿਸਮ ਹੁੰਦੀ ਹੈ, ਸਵੇਰੇ ਔਰ ਸ਼ਾਮ ਦੰਦੀ ਵੱਢਦਾ ਹੈ ਤੇ ਜ਼ਿਆਦਾਤਰ ਗਿੱਟਿਆਂ ਤੇ ਬਾਹਾਂ ਤੇ ਇਹ ਵਾਲੇ ਹਿੱਸਿਆਂ ਤੇ ਦੰਦੀ ਵੱਢਦਾ ਹੁੰਦਾ। ਠੀਕ ਹੈ। ਸੋ ਈਡਿਸ ਮੋਸਕੀਟੋ ਦੇ ਰਾਹੀਂ ਇਹ ਜਿਹੜਾ ਡੇਂਗੀ ਬਿਮਾਰੀ ਹੈ ਇਹ ਫੈਲਦੀ ਹੈ, ਇਹਦੇ ਡੰਗ ਰਾਹੀਂ। ਠੀਕ ਹੈ। ਦਿਸ ਮੋਸਕੀਟੋ ਬਰੀਡਸ, ਬਰੀਡਸ ਮੈਨੇ ਵੱਧਦਾ ਫੁੱਲਦਾ ਹੈ, ਅੱਗੇ ਇਹਦੇ ਆਂਡੇ ਬਣਦੇ ਨੇ ਜਾਂ ਅੱਗੇ ਇਹਦੀ ਹੋਰ ਜਿਣਸਾਂ ਪੈਦਾ ਹੁੰਦੀਆਂ ਨੇ। ਸੋ ਦੀ ਮੋਸਕੀਟੋ ਬਰੀਡਸ ਇਨ ਸਟੈਗਨੈਂਟ, ਸਟੈਗਨੈਂਟ ਹੁੰਦਾ ਖੜਾ ਪਾਣੀ, ਵਗਦੇ ਪਾਣੀ ਵਿੱਚ ਇਹ ਨਹੀਂ ਵੱਧਦਾ ਫੁੱਲਦਾ, ਇਹ ਖੜੇ ਪਾਣੀ ਵਿੱਚ, ਮਿੱਠੇ ਪਾਣੀ 'ਚ, ਸਾਫ ਸੁਥਰੇ ਪਾਣੀ ਵਿੱਚ ਵੱਧਦਾ ਫੁੱਲਦਾ ਹੈ। ਸੋ ਦੀ ਮੋਸਕੀਟੋ ਬਰੀਡਸ ਇਨ ਸਟੈਗਨੈਂਟ ਵਾਟਰ ਕੈਪਟ ਇਨ ਬਕਟਸ, ਜਿਵੇਂ ਬਾਲਟੀਆਂ 'ਚ ਪਿਆ ਰਹਿ ਗਿਆ, ਕੂਲਰਸ, ਕੂਲਰ ਦਾ ਪਾਣੀ ਪਿਆ ਰਹਿ ਗਿਆ, ਕੂਲਰ ਵਰਤਿਆ ਨਹੀਂ, ਪਾਣੀ ਵਿੱਚ ਖੜਾ ਹੈ, ਤੇ ਪੋਟਸ, ਜਿੱਦਾਂ ਕੋਈ ਟੁੱਟੇ ਹੋਏ ਕੁੱਜਾ ਹੋ ਗਿਆ, ਘੜਾ ਹੋ ਗਿਆ, ਜਾਂ ਅਸੀਂ ਪੰਛੀਆਂ ਲਈ ਪਾਣੀ ਪਾ ਕੇ ਰੱਖ ਦਿੰਦੇ ਹਾਂ, ਉਹ ਪੰਛੀ ਅਗਰ ਪੀਂਦੇ ਨਹੀਂ ਹੈਗੇ, ਵਰਤ ਨਹੀਂ ਹੋ ਰਿਹਾ, ਜਾਂ ਗਮਲੇ ਹੋ ਗਏ, ਜਾਂ ਹੋਰ ਟਾਇਰ, ਜਿਹੜੇ ਟਾਇਰ ਪਏ ਹੁੰਦੇ ਨੇ, ਜਾਂ ਘਰਾਂ ਵਿੱਚ ਕਬਾੜ ਪਿਆ ਹੁੰਦਾ ਹੈ, ਖਾਲੀ ਡੱਬੇ ਪਏ ਹੁੰਦੇ ਨੇ, ਉਹ ਮੀਂਹ ਪੈਂਦਾ ਹੈ ਤੇ ਪਾਣੀ ਉਹਨਾਂ 'ਚ ਇਕੱਠਾ ਹੋ ਜਾਂਦਾ ਹੈ, ਪੋਟਸ ਐਟਸੈਟਰਾ। ਦੇਅਰਫੋਰ, ਇਸ ਲਈ, ਵੀ ਮਸਟ ਐਮਪਟੀ ਆਲ ਦੀ ਬਕਟਸ, ਕੂਲਰਸ, ਪੋਟਸ, ਇਸ ਕਰਕੇ ਸਾਨੂੰ ਸਾਰੀਆਂ ਬਾਲਟੀਆਂ, ਕੂਲਰ ਅਤੇ ਹੋਰ ਭਾਂਡੇ, ਟਾਇਰ, ਕੁੱਜੇ, ਟੁੱਟੇ ਘੜੇ, ਡੱਬੇ ਜਿਹਨਾਂ 'ਚ ਪਾਣੀ ਹੋਵੇ, ਮੀਂਹ ਦਾ ਪਾਣੀ ਡਿੱਗ ਕੇ ਭਰ ਜਾਂਦਾ ਹੈ, ਸਾਨੂੰ ਉਹਨਾਂ ਨੂੰ ਖਾਲੀ ਕਰ ਦੇਣਾ ਚਾਹੀਦਾ, ਖਾਲੀ ਰੱਖਣਾ ਚਾਹੀਦਾ ਹੈ, ਭਰ ਕੇ ਨਹੀਂ ਰੱਖਣਾ ਚਾਹੀਦਾ। ਸੋ ਦੈਟ, ਇਸ ਤਾਂ ਕਿ ਦੀ ਲਾਰਵੇ,
ਹੁਣ ਲਾਰਵੇ ਕੀ ਹੈ ਬੱਚਿਓ, ਇਹ ਲਾਰਵੇ ਬਹੁਵਚਨ ਹੈ। ਜਿਵੇਂ ਈ ਹਟਾ ਦੇਵਾਂ ਈ ਤੇ ਬਣ ਜਾਏਗਾ ਲਾਰਵਾ, ਉਹ ਹੋ ਜਾਏਗਾ ਇੱਕ ਵਚਨ। ਤੇ ਜਿਵੇਂ ਅੱਗੇ ਈ ਲਗਾਤਾ ਬਣ ਗਿਆ ਲਾਰਵੇ, ਉਹ ਬਣ ਗਿਆ ਬਹੁਵਚਨ। ਹੁਣ ਲਾਰਵੇ ਕੀ ਹੁੰਦਾ ਬੱਚਿਓ, ਇਹ ਆਂਡੇ ਦਾ ਅਗਲਾ ਰੂਪ ਹੁੰਦਾ ਹੈ। ਠੀਕ ਹੈ, ਅਸੀਂ ਇਹਨੂੰ ਸੁੰਡੀ ਵੀ ਕਹਿ ਸਕਦੇ ਹਾਂ, ਭਿੰਡ ਵੀ ਕਹਿ ਸਕਦੇ ਹਾਂ। ਠੀਕ ਹੈ, ਮਤਲਬ ਆਂਡੇ ਤੋਂ ਬਾਹਰ ਨਿਕਲ ਕੇ ਪਹਿਲੇ ਜੋ ਰੂਪ ਸੁੰਡੀ ਦਾ ਬਣਦਾ ਹੈ ਮੱਛਰ ਦਾ, ਉਹਨੂੰ ਕਹਿੰਦੇ ਨੇ ਲਾਰਵੇ। ਉਸ ਤੋਂ ਬਾਅਦ ਚੋਂ ਫਿਰ ਥੋੜੇ ਦਿਨਾਂ ਬਾਅਦ ਉਹਦੇ ਖੰਭ ਆਉਂਦੇ ਨੇ ਤੇ ਫਿਰ ਉਹ ਉੱਡਣ ਲੱਗਦਾ। ਸੋ ਆਂਡੇ ਚੋਂ ਨਿਕਲ ਕੇ ਜਿਹੜਾ ਪਹਿਲਾ ਰੂਪ ਹੈਗਾ ਕਿਸੇ ਜਾਨਵਰ ਦਾ, ਜਿਹੜਾ ਖਾਸ ਤੌਰ ਤੇ ਸੁੰਡੀਆਂ ਦਾ, ਤਿਤਲੀਆਂ ਦਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਲਾਰਵਾ। ਠੀਕ ਹੈ, ਸੋ ਦੈਟ ਦੀ ਲਾਰਵੇ ਆਫ ਦੀ ਈਡਿਸ ਮੋਸਕੀਟੋ ਇਜ਼ ਨਾਟ ਏਬਲ ਟੂ ਬਰੀਡ ਅਰਾਊਂਡ ਅਸ। ਇਹ ਕਿਉਂ ਰੱਖਦੀ ਹੈ, ਅਸੀਂ ਖਾਲੀ ਕਿਉਂ ਰੱਖੀਏ, ਕਿਉਂਕਿ ਇਹ ਜਿਹੜੇ ਇਹਦੇ ਆਂਡੇ ਨੇ ਮੱਛਰ ਦੀ ਈਡਿਸ ਮੋਸਕੀਟੋ ਦੇ, ਇਹ ਖੜੇ ਪਾਣੀ ਵਿੱਚ ਹੀ ਵੱਧਦੇ ਫੁੱਲਦੇ ਨੇ। ਤੇ ਜੇ ਖੜਾ ਪਾਣੀ ਨਹੀਂ ਹੋਏਗਾ, ਗਮਲਿਆਂ ਦੇ ਵਿੱਚ, ਬਾਲਟੀਆਂ ਦੇ ਵਿੱਚ, ਡੱਬਿਆਂ ਦੇ ਵਿੱਚ, ਟੁੱਟੇ ਘੜਿਆਂ ਦੇ ਵਿੱਚ, ਕੁੱਜਿਆਂ ਦੇ ਵਿੱਚ, ਜਾਂ ਹੋਰ ਜਿਹੜੇ ਕਵਾੜ ਪਿਆ ਹੁੰਦਾ ਹੈ, ਇੱਧਰ ਉੱਧਰ ਪਾਣੀ ਨਹੀਂ ਇਕੱਠਾ ਹੋਏਗਾ, ਖੜਾ ਨਹੀਂ ਹੋਏਗਾ, ਤੇ ਇਹ ਆਂਡੇ ਨਹੀਂ ਫੈਲ ਸਕਣਗੇ, ਇਹ ਮੱਛਰ ਨਹੀਂ ਫੈਲੇਗਾ। ਸੋ ਇਸ ਕਰਕੇ ਸਾਨੂੰ ਖਾਲੀ ਰੱਖਣਾ ਚਾਹੀਦਾ ਹੈ। ਮੋਸਕੀਟੋ ਇਜ਼ ਨਾਟ ਏਬਲ ਟੂ ਬਰੀਡ ਅਰਾਊਂਡ ਅਸ, ਤਾਂ ਕਿ ਇਹ ਮੋਸਕੀਟੋ ਮੱਛਰ ਜਿਹੜਾ ਈਡਿਸ ਹੈ ਸਾਡੇ ਆਲੇ ਦੁਆਲੇ ਵੱਧ ਫੁੱਲ ਨਾ ਸਕੇ। ਬਰੀਡ ਮੈਨੂੰ ਦਾ ਵਧਣਾ ਫੁੱਲਣਾ, ਗਿਣਤੀ ਵਧਣੀ। ਆਲਸੋ ਨਾਲੇ when the mosquito bites a person suffering from dengue, ਹੁਣ ਮੰਨ ਲਓ ਇੱਕ ਬੰਦੇ ਨੂੰ ਡੇਂਗੀ ਹੈ, ਤੇ ਜਦੋਂ ਇਹ ਮੱਛਰ ਉਸ ਡੇਂਗੀ ਵਾਲੇ ਮਰੀਜ਼ ਨੂੰ ਦੰਦੀ ਵੜਦਾ ਹੈ, the dengue virus enters the blood of that mosquito, ਤੇ ਡੇਂਗੀ ਦਾ ਜੋ ਵਾਇਰਸ ਹੈਗਾ, ਜੋ ਜਰਾਸੀਨ ਹੈਗਾ, ਉਹ ਕੀ ਆਂਦਾ ਬੰਦੇ ਦੇ ਖੂਨ ਵਿੱਚੋਂ, ਉਹ ਜਿਹੜੇ ਮੱਛਰ ਖੂਨ ਪੀਂਦਾ ਤੇ ਉਹ ਮੱਛਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਠੀਕ ਹੈ, after about 1 week, ਫਿਰ ਇੱਕ ਹਫ਼ਤੇ ਦੇ ਮਗਰੋਂ, when this mosquito bites a healthy person, ਜਦੋਂ ਇਹ ਮੱਛਰ ਕਿਸੇ ਸਿਹਤਮੰਦ ਬੰਦੇ ਨੂੰ ਡੰਗ ਮਾਰਦਾ ਹੈ, ਦੰਦੀ ਵੜਦਾ ਹੈ, the dengue virus enters the blood of that person, ਤੇ ਡੇਂਗੀ ਦਾ ਵਾਇਰਸ ਹੈ, ਡੇਂਗੀ ਦਾ ਜੋ ਜਰਾਸੀਨ ਹੈ, ਉਹ ਫਿਰ ਉਸ ਬੰਦੇ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ ਐਂਡ ਇਨਫੈਕਟਸ ਹਿਮ, ਅਤੇ ਉਹਨੂੰ ਛੂਤ ਲਾ ਦਿੰਦਾ ਹੈ। ਉਹਨੂੰ ਛੂਤ ਦੀ ਬਿਮਾਰੀ, ਐਵਰੀ ਛੂਤ ਲਾ ਦਿੰਦਾ ਹੈ। ਛੂਤ ਇਨਫੈਕਸ਼ਨ ਬਣੇ ਛੂਤ, ਤੇ ਇਨਫੈਕਟ ਕਰਨ ਛੂਤ ਲਾਣਾ, ਉਹਨੂੰ ਛੂਤ ਲਾ ਦਿੰਦਾ ਹੈ। ਦੀ ਪਲੇਟਲੇਟ ਕਾਊਂਟ, ਹੁਣ ਪਲੇਟਲੇਟ ਕੀ ਹੁੰਦਾ ਬੱਚੋ, ਸਾਡੇ ਬਲੱਡ ਦੇ ਵਿੱਚ 3 ਕਿਸਮ ਦੇ ਸੈੱਲ ਹੁੰਦੇ ਨੇ। ਇੱਕ ਹੁੰਦੇ ਨੇ RBC, ਇਹ ਤੁਸੀਂ ਸਾਇੰਸ ਦੀ ਕਿਤਾਬ 'ਚ ਪੜ੍ਹਿਆ ਹੋਣਾ, ਤੁਹਾਡੀ ਸਾਇੰਸ ਦੀ ਵਿਗਿਆਨ ਦੀ ਕਿਤਾਬ 'ਚ ਹੈਗਾ। ਇੱਕ ਹੁੰਦੇ ਨੇ RBC, ਜਿਹਨੂੰ ਅਸੀਂ ਕਹਿੰਦੇ ਰੈੱਡ ਬਲੱਡ ਸੈੱਲਸ। ਦੂਜੇ ਹੁੰਦੇ ਨੇ WBC, ਉਹਨੂੰ ਕਹਿੰਦੇ ਵਾਈਟ ਬਲੱਡ ਸੈੱਲਸ। ਠੀਕ ਹੈ, ਤੇ ਰੈੱਡ ਬਲੱਡ ਸੈੱਲ ਨੂੰ ਐਰਥਰੋਸਾਈਟ ਵੀ ਕਹਿੰਦੇ ਆ, ਤੇ ਵਾਈਟ ਬਲੱਡ ਨੂੰ ਲਿਊਕੋਸਾਈਟਸ ਵੀ ਕਹਿੰਦੇ ਆ, ਤੇ ਪਲੇਟਲੇਟ ਨੂੰ ਕਹਿੰਦੇ ਨੇ ਥ੍ਰੋਮਬੋਸਾਈਟਸ, ਤੇ ਤੀਸਰੇ ਹੁੰਦੇ ਨੇ ਪਲੇਟਲੇਟਸ। ਇਹ ਪਲੇਟਲੇਟ ਬੱਚਿਓ ਖੂਨ ਦੇ ਜੰਮਣ ਵਿੱਚ ਸਹਾਈ ਹੁੰਦੇ ਹਨ। ਜਦੋਂ ਸਾਨੂੰ ਸੱਟ ਲੱਗਦੀ ਏ ਤੇ ਸਾਡਾ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ, ਤੇ ਜੇ ਅਸੀਂ ਖੂਨ ਉੱਦਾਂ ਹੀ ਛੱਡ ਦਈਏ ਤੇ ਉਹੀ ਖੂਨ ਜਿਹੜਾ ਵਗ ਕੇ ਬਾਹਰ ਆਇਆ ਹੁੰਦਾ ਉਹ ਪਪੜੀ ਜੰਮ ਜਾਂਦੀ ਏ ਤੇ ਹੋਰ ਖੂਨ ਵਗਣਾ ਵੱਧ ਹੋ ਜਾਂਦਾ ਹੈ, ਉਹਨੂੰ ਕਹਿੰਦੇ ਕਲੌਟ। ਉਹ ਖੂਨ ਜੰਮ ਜਾਣ ਦਾ ਕੰਮ ਜਿਹੜਾ ਹੈ ਉਹ ਪਲੇਟਲੇਟ ਕਰਦੇ ਨੇ। ਠੀਕ ਹੈ, ਕਹਿੰਦੇ ਦੀ ਪਲੇਟਲੇਟ ਕਾਊਂਟ ਆਫ ਦੈਟ ਪਰਸਨ ਗੋਜ਼ ਵੈਰੀ ਲੋ, ਥੱਲੇ ਹੋ ਜਾਂਦਾ ਹੈ। ਹੁਣ ਸਾਡੇ ਸਰੀਰ ਦੇ ਵਿੱਚ, ਇੱਕ ਸਿਹਤਮੰਦ ਬੰਦੇ ਦੇ ਸਰੀਰ ਵਿੱਚ ਇੰਨੇ ਹਜ਼ਾਰ ਤੋਂ ਇੰਨੇ ਹਜ਼ਾਰ, ਇੰਨੇ ਲੱਖ ਤੋਂ ਇੰਨੇ ਲੱਖ ਤੱਕ ਇੱਕ ਰੇਂਜ ਹੈਗਾ ਵੀ ਇੰਨੇ ਪਲੇਟਲੇਟ ਸੈੱਲ ਹੋਣੇ ਚਾਹੀਦੇ ਨੇ। ਪਰ ਜਦੋਂ ਡੇਂਗੀ ਵਾਇਰਸ ਅਟੈਕ ਕਰਦਾ ਹੈ ਤੇ ਪਲੇਟਲੇਟ ਕਾਊਂਟ ਜਿਹੜਾ ਹੈ ਬੱਚਿਓ ਬੜਾ ਥੱਲੇ ਚਲਾ ਜਾਂਦਾ ਹੈ। ਇਹ ਇਹਦਾ ਮੇਨ ਅਸਰ ਹੈ ਡੇਂਗੀ ਵਾਇਰਸ ਦਾ, ਕਿ ਪਲੇਟਲੇਟ ਕਾਊਂਟ ਜਿਹੜਾ ਅਸੀਂ ਕਹਿੰਦੇ ਆਮ ਕਹਿੰਦੇ ਵੀ ਸੈੱਲ ਘਟ ਗਏ। ਉਹ ਸੈੱਲ ਕਿਹੜੇ ਘਟ ਗਏ, ਅਸਲ ਵਿੱਚ ਤੇ RBB ਰੈੱਡ ਬਲੱਡ ਵੀ ਸੈੱਲ ਹੀ ਹੈਗੇ ਨੇ, ਰੈੱਡ ਬਲੱਡ ਸੈੱਲਸ, WBC ਵੀ ਸੈੱਲ ਹੀ ਹੈਗੇ ਨੇ। ਸਾਡੀ ਬੋਡੀ ਅਰਬਾਂ ਖਰਬਾਂ ਸੈੱਲਾਂ ਨਾਲ ਭਰੀ ਪਈ ਹੈ। ਪਰ ਜਦੋਂ ਅਸੀਂ ਡੇਂਗੀ ਵਿੱਚ ਕਹਿੰਦੇ ਕਿ ਸੈੱਲ ਘਟ ਗਏ, ਤੇ ਉਹ ਸੈੱਲ ਤੇ ਕਈ ਕਿਸਮ ਦੇ ਨੇ, ਅਸੀਂ ਪਲੇਟਲੇਟ ਸੈੱਲ ਆਮ ਬੰਦੇ ਨੂੰ ਪਤਾ ਨਹੀਂ ਹੁੰਦਾ। ਉਹ ਪਲੇਟਲੇਟ ਸੈੱਲ ਜਿਹੜੇ ਖਾਸ ਕਿਸਮ ਦੇ ਸੈੱਲ ਨੇ, ਜਿਹੜੇ ਖੂਨ ਨੂੰ ਜਮਾਉਣ ਵਿੱਚ ਸਹਾਈ ਹੁੰਦੇ ਨੇ, ਉਹ ਬਹੁਤ ਥੱਲੇ ਚਲੇ ਜਾਂਦੇ ਨੇ। ਫਿਰ ਕਹਿੰਦੇ ਅਦਰ ਸਿੰਪਟਮਸ, ਦੂਜੇ ਹੋਰ ਲੱਛਣ ਜਿਹੜੇ ਨੇ ਆਫ ਡੇਂਗੀ, ਇਸ ਡੇਂਗੀ ਬੁਖਾਰ ਦੇ ਕਿਹੜੇ ਨੇ, ਯੂਜ਼ਲੀ ਬਿਗਨ ਟੂ ਸ਼ੋ 4 to 6 days after infection, ਅਰਥਾਤ ਛੋਤ ਲੱਗਣ ਦੇ 4 ਤੋਂ 6 ਦਿਨਾਂ ਮਗਰੋਂ ਦੂਜੀਆਂ ਅਲਾਮਤਾਂ, ਦੂਜੇ ਲੱਛਣ, ਦੂਜੇ ਸੰਕੇਤ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਹਨ। ਮਤਲਬ ਕਿ ਅੱਜ ਜੇ ਮੰਨ ਲਓ ਮੱਛਰ ਨੇ ਡੰਗ ਮਾਰਿਆ ਤੇ ਪਲੇਟਲੇਟ ਕਾਊਂਟ ਤੇ ਘੱਟ ਹੋਣੇ ਸ਼ੁਰੂ ਹੋ ਜਾਣਗੇ, ਤੇ ਦੂਜੀ ਗੱਲ ਹੈ ਜਿਹੜੇ ਉਹਦੇ ਲੱਛਣ ਨੇ ਜ਼ਾਹਰੀ ਤੌਰ ਤੇ, ਪ੍ਰਤੱਖ ਤੌਰ ਤੇ ਸਰੀਰ ਵਿੱਚ, ਉਹ ਸਾਨੂੰ 4 ਤੋਂ 6 ਦਿਨਾਂ ਮਗਰੋਂ ਪਤਾ ਲੱਗਦੇ ਨੇ। ਦੀ ਸਿੰਪਟਮਸ ਲਾਸਟ ਫॉर ਅਪ ਟੂ 10 days, ਤੇ ਜਿਹੜੇ ਇਹ ਲੱਛਣ ਨੇ
ਇਹ 10 ਦਿਨਾਂ ਤੱਕ ਰਹਿੰਦੇ ਨੇ। ਠੀਕ ਹੈ ਬੱਚਿਓ, ਉਹ ਕਿਹੜੇ ਕਿਹੜੇ ਲੱਛਣ ਨੇ ਦੇਖੀਏ। ਦੀ ਸਿੰਪਟਮਸ ਆਰ, ਲੱਛਣ ਹੈਗੇ ਨੇ ਸਡਨ ਹਾਈ ਫੀਵਰ, ਅਚਾਨਕ ਉਪਜਿਆ ਉੱਚਾ ਤਾਪਮਾਨ, ਵੀ ਬੁਖਾਰ ਬੜਾ ਤੇਜ਼ ਹੋ ਜਾਂਦਾ ਹੈ। ਅਚਾਨਕ ਹੋਇਆ ਜ਼ਿਆਦਾ ਤੇਜ਼ ਬੁਖਾਰ, ਅਚਾਨਕ ਤੇਜ਼ ਬੁਖਾਰ ਹੋ ਗਿਆ। ਸੀਵੀਅਰ ਹੈਡੇਕ, ਸੀਵੀਅਰ ਮੈਨੇ ਬੜਾ ਤੇਜ਼, ਹੈਡੇਕ ਸਿਰ ਵਿੱਚ ਦੁਖਣਾ, ਸਿਰ 'ਚ ਬੜੀ ਤਗੜੀ ਦਰਦ, ਤੇ ਪੇਨ ਬਿਹਾਈਂਡ ਦੀ ਆਈਜ਼, ਤੇ ਆਈ ਦੇ ਅੱਖਾਂ ਦੇ ਪਿਛਲੇ ਪਾਸੇ ਮਤਲਬ ਅੰਦਰ ਸਿਰ ਦੇ ਵਿੱਚ ਅੱਖਾਂ ਦੇ ਪਿਛਲੇ ਪਾਸੇ ਦਰਦ ਹੋਣੀ। ਸੀਵੀਅਰ ਜੁਆਇੰਟ ਐਂਡ ਮਸਲ ਪੇਨ, ਪੱਠਿਆਂ ਵਿੱਚ ਤੇ ਜੋੜਾਂ ਦੇ ਵਿੱਚ ਦਰਦ ਬਹੁਤ ਜ਼ਿਆਦਾ ਜੋੜਾਂ 'ਚ ਦਰਦ ਤੇ ਪੱਠਿਆਂ 'ਚ ਦਰਦ। ਫਟੀਗ, ਫਟੀਗ ਹੁੰਦੀ ਹੈ ਵਿੱਚੋਂ ਥਕੇਵਾਂ, ਅੱਤ ਦਾ ਥਕੇਵਾਂ, ਬੰਦਾ ਥੱਕਿਆ ਮਹਿਸੂਸ ਕਰਦਾ ਹੈ। ਤੇ ਨੌਸੀਆ, ਨੌਸੀਆ ਕੀ ਹੁੰਦਾ ਹੈ, ਕਚਿਆਣ, ਦਿਲ ਕੱਚਾ ਹੋਣ ਲੱਗ ਜਾਂਦਾ ਹੈ। ਵੋਮਿਟਿੰਗ, ਉਲਟੀ ਵੀ ਆ ਸਕਦੀ ਹੈ। ਸਕਿਨ ਰੈਸ਼, ਚਮੜੀ ਦੇ ਉੱਤੇ ਪਿੱਤ ਹੋ ਜਾਂਦੀ ਹੈ, ਲਾਲ ਨਿੱਕੇ ਦਾਣੇ ਹੋ ਜਾਂਦੇ ਨੇ। ਸਕਿਨ ਰੈਸ਼ ਜਿਹਨੂੰ ਅਸੀਂ ਪਿੱਤ ਕਹਿ ਦਿੰਦੇ ਆ, ਚਮੜੀ ਤੇ ਪਿੱਤ ਹੋ ਜਾਂਦੀ ਹੈ। ਵਿਚ ਅਪੀਅਰਸ 2 to 5 days ਆਫਟਰ ਦੀ ਔਨਸੈਟ ਆਫ ਫੀਵਰ, ਜੋ ਕਿ ਬੁਖਾਰ ਦੇ ਹੋਣ ਤੋਂ 2 ਤੋਂ 5 ਦਿਨਾਂ ਵਿੱਚ ਹੁੰਦਾ ਹੈ। ਮਤਲਬ ਜਿੱਦਾਂ ਅੱਜ ਬੁਖਾਰ ਹੋਇਆ ਤੇ ਆਉਣ ਵਾਲੇ ਜਿਹੜੇ 2 ਦਿਨ ਟੱਪ ਕੇ ਤੇ ਫਿਰ 5 ਦਿਨਾਂ ਦੇ ਅੰਦਰ 2 ਤੋਂ 5 ਦਿਨਾਂ ਦੇ ਅੰਦਰ ਪਿੱਤ ਹੋਣੀ ਸ਼ੁਰੂ ਹੋ ਜਾਂਦੀ ਹੈ। ਮਾਈਲਡ ਬਲੀਡਿੰਗ, ਬਹੁਤ ਥੋੜਾ ਖੂਨ ਵਗਣਾ ਵੀ ਸ਼ੁਰੂ ਹੋ ਸਕਦਾ। ਕਿੱਥੋਂ ਦੀ, ਸਚ ਐਜ਼ ਨੋਜ਼ ਬਲੀਡਿੰਗ। ਕਿਉਂ ਬੱਚਿਓ, ਕਿਉਂ ਨੋਜ਼ ਬਲੀਡਿੰਗ ਕਿਉਂ ਹੋ ਜਾਂਦੀ ਹੈ? ਤੁਹਾਨੂੰ ਦੱਸਿਆ ਪਲੇਟਲੇਟ ਕਾਊਂਟ ਥੱਲੇ ਹੋ ਜਾਂਦਾ ਹੈ ਤੇ ਖੂਨ ਨੂੰ ਜੰਮਣ ਦੀ ਕੋਈ ਸਾਧਨ ਨਹੀਂ ਰਹਿ ਜਾਂਦਾ, ਪਲੇਟਲੇਟ ਕਾਊਂਟ ਹੋ ਜਾਂਦੇ ਨੇ ਤੇ ਖੂਨ ਬੜਾ ਪਤਲਾ ਪੈ ਜਾਂਦਾ ਹੈ। ਇਸ ਕਰਕੇ ਨੱਕ ਦੀ ਝਿੱਲੀ ਬੜੀ ਪਤਲੀ ਹੁੰਦੀ ਹੈ ਤੇ ਉਹਦੇ ਵਿੱਚੋਂ ਦੀ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ। ਨੋਜ਼ ਬਲੀਡਿੰਗ ਤੇ ਬਲੀਡਿੰਗ ਫਰਮ ਬਲੀਡਿੰਗ ਗਮਸ, ਜਿਹੜੇ ਮਸੂੜੇ ਨੇ, ਮਸੂੜਿਆਂ ਵਿੱਚੋਂ ਵੀ ਖੂਨ ਆਉਣਾ ਸ਼ੁਰੂ ਹੋ ਸਕਦਾ ਹੈ, ਕਿਉਂਕਿ ਉਹਦੀ ਝਿੱਲੀ ਜਿਹੜੀ ਹੈ ਚਮੜੀ ਬਹੁਤ ਪਤਲੀ ਬਰੀਕ ਹੁੰਦੀ ਹੈ ਤੇ ਖੂਨ ਕਿਉਂਕਿ ਪਤਲਾ ਪੈ ਜਾਂਦਾ ਹੈ ਤੇ ਉਹ ਸਿੱਧਾ ਬਾਹਰ ਆ ਜਾਂਦਾ ਹੈ, ਮਸੂੜਿਆਂ ਚੋਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ, ਨੱਕ ਵਿੱਚੋਂ ਬਾਹਰ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਈਜ਼ੀ ਬਰੂਜ਼ਿੰਗ, ਤੇ ਮਾੜਾ ਜਿਹਾ ਕਿਤੇ ਹੱਥ ਲੱਗਿਆ, ਪੈਰ ਲੱਗਿਆ ਤੇ ਬੜੀ ਛੇਤੀ ਝਰੀਟ ਪੈ ਜਾਂਦੀ ਹੈ, ਰਗੜ ਹੋ ਜਾਂਦੀ ਹੈ, ਚਮੜੀ ਨੰਗੀ ਹੋ ਜਾਂਦੀ ਹੈ। ਮਤਲਬ ਕਿ ਚਮੜੀ ਇੰਨੀ ਟੈਂਡਰ, ਇੰਨੀ ਪੋਲੀ ਤੇ ਇੰਨੀ ਉਹ ਬਣ ਜਾਂਦੀ ਹੈ, ਮਤਲਬ ਕਿ ਕਮਜ਼ੋਰ ਪੈ ਜਾਂਦੀ ਹੈ ਕਿ ਜਿੱਥੇ ਮਾੜਾ ਜਿਹਾ ਕੰਧ ਨੂੰ ਇਦਾਂ ਕੂਣੀ ਲੱਗੀ ਤੇ ਉੱਥੇ ਕੂਣੀ ਦੀ ਰਗੜ ਲੱਗ ਗਈ। ਹੱਥ ਕਿਤੇ ਮਾੜਾ ਜਿਹਾ ਲੱਗਿਆ, ਮਤਲਬ ਕਿ ਹੱਥ ਦਾ ਪੁੱਠਾ ਪਾਸਾ ਕਿਤੇ ਕੰਧ ਨਾਲ ਖਹਿ ਗਿਆ ਤੇ ਉਹਦੇ ਨਾਲ ਕੀ ਹੋ ਗਿਆ, ਉੱਥੇ ਰਗੜ ਲੱਗ ਜਾਂਦੀ, ਖੂਨ ਬਾਹਰ ਆ ਜਾਂਦਾ ਹੈ। ਸੋ ਇਹ ਬੱਚਿਓ, ਇਹ ਚੀਜ਼ਾਂ ਸਾਨੂੰ ਪਤਾ ਹੋਣੀ ਚਾਹੀਦੀਆਂ। ਤਾਂ ਹੀ ਮੈਂ ਕਿਹਾ ਇਹ ਬੜਾ ਹੀ ਮਹੱਤਵਪੂਰਨ ਲੈਸਨ ਹੈ। ਤੁਸੀਂ ਇਹਨੂੰ ਪੜ੍ਹ ਕੇ, ਸਮਝ ਕੇ ਆਪਣੇ ਘਰ ਦੇ ਵੱਡਿਆਂ ਨੂੰ ਵੀ ਦੱਸਿਓ, ਇਹਨਾਂ ਤੁਹਾਡੀ ਰਿਵੀਜ਼ਨ ਵੀ ਹੋ ਜਾਏਗੀ, ਤੁਹਾਡਾ ਪੱਕਾ ਵੀ ਹੋ ਜਾਏਗਾ ਤੇ ਉਹਨਾਂ ਨੂੰ ਵੀ ਜਾਣਕਾਰੀ ਮਿਲੇਗੀ। ਫਿਰ ਕਹਿੰਦੇ ਕੀ ਕਰਨਾ ਚਾਹੀਦਾ, ਯੂ ਸ਼ੁੱਡ ਦੇਅਰਫੋਰ ਰੈਸਟ, ਇਹ 'ਚ ਕੋਈ ਦਵਾਈ ਨਹੀਂ ਖਾਣੀ ਚਾਹੀਦੀ, ਕਦੀ ਵੀ ਡਾਕਟਰ ਦੀ ਸਲਾਹ ਤੋਂ ਬਿਨਾਂ ਇਸ ਦਵਾਈ ਨਹੀਂ ਖਾਣੀ ਚਾਹੀਦੀ। ਕਈ ਬੰਦੇ ਇਹ 'ਚ ਐਸਪਰੀਨ ਖਾ ਲੈਂਦੇ ਨੇ, ਐਸਪਰੀਨ ਖੂਨ ਨੂੰ ਹੋਰ ਪਤਲਾ ਕਰ ਦਿੰਦੀ ਹੈ, ਉਹਦੇ ਨਾਲ ਖਤਰਾ ਹੋਰ ਵੱਧ ਜਾਂਦਾ ਹੈ। ਕਦੀ ਵੀ ਐਸਪਰੀਨ ਨਹੀਂ ਖਾਣੀ ਚਾਹੀਦੀ। ਪੈਰਾਸੀਟਾਮੋਲ ਵੀ ਸਿਰਫ ਡਾਕਟਰ ਦੀ ਸਲਾਹ ਨਾਲ ਖਾਣੀ ਚਾਹੀਦੀ ਹੈ। ਇਹੋ ਜਿਹੀ ਬਿਮਾਰੀਆਂ ਦਾ ਇਲਾਜ ਕਦੀ ਵੀ ਆਪਣੇ ਆਪ ਨਹੀਂ ਕਰਨਾ ਚਾਹੀਦਾ ਤੇ ਇਹਦੇ ਵਾਸਤੇ ਕੋਈ ਦਵਾਈ ਨਹੀਂ ਹੈਗੀ ਵਾਇਰਸ ਵਾਸਤੇ। ਇਹਦਾ ਇਲਾਜ ਸਿਰਫ ਤੇ ਸਿਰਫ ਆਰਾਮ ਹੈ ਤੇ ਬੰਦਾ ਜਿਹੜਾ ਸਿਹਤਮੰਦ ਆਦਮੀ ਹੈ ਉਹ ਆਪੇ ਠੀਕ ਹੋ ਜਾਂਦਾ ਹੈ। ਜਿਹੜੇ ਬਹੁਤ ਛੋਟੇ ਬੱਚੇ ਨੇ, ਕੁੱਛੜ ਚੱਕੇ ਬੱਚੇ ਨੇ, ਜਾਂ ਬਹੁਤ ਮੰਨ ਲਓ 7-8 ਸਾਲ ਤੋਂ ਛੋਟੇ ਹੈਗੇ ਨੇ ਤੇ ਜਾਂ ਬਜ਼ੁਰਗ ਨੇ, ਉਹਨਾਂ ਨੂੰ ਡਾਕਟਰ ਦੇ ਜਾਣ ਦੀ ਲੋੜ ਪੈਂਦੀ। ਜਿਹੜਾ ਬੰਦਾ ਆਮ ਕੋਈ ਨਸ਼ਾ ਨਹੀਂ ਕਰਦਾ, ਸਿਹਤ ਠੀਕ ਠਾਕ ਹੈਗੀ ਹੈ, ਉਹਨੂੰ ਕੋਈ ਹੋਰ ਡਾਇਬਟੀਜ਼ ਜਾਂ ਕਿਡਨੀ ਦੀ ਪ੍ਰੋਬਲਮ ਨਹੀਂ ਹੈਗੀ ਤੇ ਉਹ ਬੰਦਾ ਆਪੇ ਹੀ ਹਫ਼ਤੇ 10 ਦਿਨ 'ਚ ਠੀਕ ਹੋ ਜਾਂਦਾ ਹੈ। ਇਹ ਮੈਂ ਤੁਹਾਨੂੰ ਦੱਸ ਰਿਹਾ ਗੱਲਾਂ, ਠੀਕ ਹੈ। ਤੇਰਾ ਇਲਾਜ ਕੀ ਹੈ, ਯੂ ਸ਼ੁੱਡ ਦੇਅਰਫੋਰ ਰੈਸਟ, ਸਿਰ ਵਿੱਚ ਆਰਾਮ ਕਰਨਾ ਚਾਹੀਦਾ ਹੈ ਤਾਂ ਕਿ ਸਰੀਰ ਜਿਹੜਾ ਹੈ ਵਾਇਰਸ ਦੇ ਨਾਲ ਲੜ ਸਕੇ। ਡਰਿੰਕ ਪਲੈਂਟੀ ਆਫ ਫਲੂਇਡਸ, ਤੇ ਇਹਦੇ ਵਿੱਚ ਸਾਨੂੰ ਵੱਧ ਤੋਂ ਵੱਧ ਤਰਲ ਪਦਾਰਥ ਖਾਣੇ ਚਾਹੀਦੇ ਨੇ, ਤਲੀਆਂ ਚੀਜ਼ਾਂ, ਮਿੱਠੀਆਂ ਚੀਜ਼ਾਂ ਤੇ ਮਿੱਠਾ ਹੋਰ ਜੰਕ ਫੂਡ ਬਿਲਕੁਲ ਨਹੀਂ ਖਾਣਾ ਚਾਹੀਦਾ। ਸਲਾਦ ਖਾਣਾ ਚਾਹੀਦਾ ਹੈ, ਫਰੂਟ ਖਾਣਾ ਚਾਹੀਦਾ ਹੈ, ਖਿਚੜੀ ਪਤਲੀ, ਦਾਲ, ਸੂਪ, ਇੱਦਾਂ ਦੀ ਚੀਜ਼ਾਂ ਪੀਣੀ ਚਾਹੀਦੀਆਂ। ਐਂਡ ਸੀ ਯੋਰ ਡਾਕਟਰ ਰੈਗੂਲਰਲੀ, ਤੇ ਡਾਕਟਰ ਦੇ ਨਾਲ ਰਾਬਤਾ ਕਾਇਮ ਰੱਖਣਾ ਚਾਹੀਦਾ ਹੈ। ਦੀ ਡਾਕਟਰ ਕੈਨ ਡਾਇਗਨੋਜ਼, ਡਾਕਟਰ ਇਹਦੀ ਜਾਂਚ ਕਰ ਸਕਦਾ ਹੈ ਕਿਹਦੀ, ਡੇਂਗੂ ਇਨਫੈਕਸ਼ਨ ਦੀ, ਡੇਂਗੀ ਇਨਫੈਕਸ਼ਨ ਦੀ। ਡੇਂਗੀ ਦੀ ਜੋ ਛੋਤ ਹੈ ਉਹ ਜਾਂਚ ਕਰਕੇ ਦੱਸ ਸਕਦਾ ਕਿ ਵਾਕਈ ਡੇਂਗੀ ਹੈ, ਕੁਝ ਹੋਰ ਤੇ ਨਹੀਂ ਹੈਗਾ, ਕਿਤੇ ਅਸੀਂ ਭੁਲੇਖੇ 'ਚ ਤੇ ਨਹੀਂ ਹੈਗੇ। ਉਹ ਖੂਨ ਟੈਸਟ ਨਾਲ ਪਤਾ ਲੱਗ ਜਾਂਦਾ ਹੈ, ਵਿਦ ਦਾ ਬਲੱਡ ਟੈਸਟ, ਠੀਕ ਹੈ। ਦੀ ਬੈਸਟ ਵੇ ਟੂ ਪ੍ਰੀਵੈਂਟ ਦਾ ਡਿਜ਼ੀਜ਼, ਸਭ ਤੋਂ ਸੌਖਾ ਢੰਗ ਇਸ ਬਿਮਾਰੀ ਤੋਂ ਬਚਣ ਦਾ ਕੀ ਹੈਗਾ, ਇਸ ਟੂ ਪ੍ਰੀਵੈਂਟ ਮੋਸਕੀਟੋ ਬਾਈਟਸ, ਬਸ ਕਿ ਕਿਸੇ ਵੀ ਤਰੀਕੇ ਦੇ ਨਾਲ ਮੱਛਰ ਤੁਹਾਨੂੰ ਡੰਗ ਨਾ ਮਾਰੇ। ਸੋ ਪਹਿਲਾ ਤਰੀਕਾ ਤਾਂ ਹੈ ਕਿ ਆਪਣੇ ਆਲੇ ਦੁਆਲੇ ਪਿਆਰੇ ਵਿਦਿਆਰਥੀਓ, ਤੁਸੀਂ ਇਹ ਮੀਂਹ ਦਾ ਪਾਣੀ ਇਕੱਠਾ ਨਾ ਹੋਣ ਦਿਓ। ਦੂਜੀ ਗੱਲ, ਜੇ ਬਾਈ ਚਾਂਸ, ਕਿਉਂਕਿ ਜੇ ਤੁਸੀਂ ਨਹੀਂ ਇਕੱਠਾ ਕੀਤਾ, ਹੋਰ ਬੰਦੇ ਪਿੰਡ ਦੇ ਮੰਨ ਲਓ ਗੈਰ ਜ਼ਿੰਮੇਵਾਰ ਹੋਣ
ਤੇ ਮੱਛਰ ਤੇ ਉੜ ਕੇ ਆ ਹੀ ਜਾਏਗਾ। ਤੇ ਸਾਨੂੰ ਕੀ ਕਰਨਾ ਚਾਹੀਦਾ? ਪ੍ਰੀਵੈਂਟ ਮੋਸਕੀਟੋ ਬਾਈਟਸ। ਅਸੀਂ ਇਸ ਗੱਲ ਦਾ ਖਿਆਲ ਰੱਖੀਏ ਕਿ ਸਾਨੂੰ ਮੱਛਰ ਡੰਗ ਨਾ ਮਾਰੇ। ਤੇ ਕੀ ਕਰਨਾ ਚਾਹੀਦਾ ਇਹਨਾਂ ਦਿਨਾਂ 'ਚ ਬੱਚਿਓ? ਮੌਨਸੂਨ ਦੇ ਸੀਜ਼ਨ ਵਿੱਚ ਖਾਸ ਤੌਰ ਤੇ ਜਦੋਂ ਇਹ ਮੀਂਹ ਪੈ ਰਿਹਾ ਜੁਲਾਈ ਅਗਸਤ ਵਿੱਚ, ਉਦੋਂ ਇਹ ਬਿਮਾਰੀ ਫੈਲਣ ਦਾ ਖਤਰਾ ਬਹੁਤ ਜ਼ਿਆਦਾ ਹੁੰਦਾ ਹੈ। ਤੇ ਬਾਏ ਵੀਅਰਿੰਗ ਲੌਂਗ ਸਲੀਵ ਕਲੋਥਸ, ਸਾਨੂੰ ਇਹ ਟੀ-ਸ਼ਰਟ ਨਹੀਂ ਪਾਣੀ ਚਾਹੀਦੀ, ਸਾਨੂੰ ਪੂਰੀਆਂ ਬਾਹਾਂ ਦੀਆਂ ਕਮੀਜ਼ਾਂ ਪਾਣੀ ਚਾਹੀਦੀਆਂ, ਨਿੱਕਰ ਨਹੀਂ ਪਾਣੀ ਚਾਹੀਦੀ, ਕੈਪਰੀ ਨਹੀਂ ਪਾਣੀ ਚਾਹੀਦੀ, ਸਾਨੂੰ ਥੱਲੇ ਤੱਕ ਗਿੱਟਿਆਂ ਤੱਕ ਪਜਾਮਾ ਜਾਂ ਪੈਂਟ ਪਾਣੀ ਚਾਹੀਦੀ ਹੈ ਤੇ ਗੁੱਟਾਂ ਤੱਕ ਆਪਣੀ ਜਿਹੜੀ ਹੈ ਸਲੀਵ ਵਾਲੀ ਆਪਣੀ ਜਿਹੜੀ ਬਾਹਾਂ ਵਾਲੀ ਕਮੀਜ਼ ਪਾਣੀ ਚਾਹੀਦੀ ਹੈ, ਸੋ ਦੈਟ ਦੀ ਇਨਫੈਕਟਿਡ ਮੋਸਕੀਟੋ ਇਜ਼ ਅਨਏਬਲ ਟੂ ਬਾਈਟ। ਇਨਫੈਕਟਿਡ ਮੋਸਕੀਟੋ ਕਿਹੜਾ ਹੈ? ਜਿਹਦੇ ਅੰਦਰ ਇਹ ਵਾਲਾ ਡੇਂਗੀ ਦਾ ਵਾਇਰਸ ਹੈਗਾ, ਅਰਥਾਤ ਛੋਤ ਵਾਲਾ ਜਿਹੜਾ ਮੱਛਰ ਹੈ ਉਹ ਸਾਨੂੰ ਡੰਗ ਨਾ ਮਾਰ ਸਕੇ। ਸੋ ਐਸੀ ਪਿਆਰੇ ਵਿਦਿਆਰਥੀਓ ਪੂਰਾ ਪੈਸੇਜ ਜੋ ਮੈਂ ਚੰਗੀ ਤਰ੍ਹਾਂ ਪੜ੍ਹ ਕੇ ਅਰਥ ਤੁਹਾਨੂੰ ਸਮਝਾ ਦਿੱਤੇ ਨੇ। ਹੁਣ ਅੱਗੇ ਆਣਗੇ ਇਸੀ ਪੈਸੇਜ ਦੇ ਆਧਾਰ ਤੇ ਕੁਐਸਚਨਸ ਆਨਸਰਸ। ਸੋ ਕਹਿੰਦੇ ਆਨਸਰ ਦੀ ਫੋਲੋਇੰਗ ਕੁਐਸਚਨਸ ਔਨ ਦੀ ਬੇਸਿਸ ਆਫ ਦੀ ਅਬਵ ਪੈਸੇਜ। ਜਿਹੜਾ ਉੱਤੇ ਤੁਸੀਂ ਪੈਰਾਗ੍ਰਾਫ ਪੜ੍ਹਿਆ ਹੈ ਉਹਦੇ ਆਧਾਰ ਤੇ ਹੇਠ ਲਿਖੇ ਸਵਾਲਾਂ ਦੇ ਜਵਾਬ ਦਿਵੋ। ਸੋ ਕੁਐਸਚਨ ਨੰਬਰ 1, ਹਾਊ ਡਜ਼ ਡੇਂਗੀ ਸਪਰੈਡ? ਬੜੀ ਦੇਖੋ ਵਹਿਮ ਭਰਮ ਤੋਂ ਬਚਣਾ ਹੈ, ਅਸੀਂ ਕੋਈ ਤੁੱਕੇ ਨਹੀਂ ਲਾਣੇ, ਠੀਕ ਹੈ ਨਾ। ਸਾਨੂੰ ਪਤਾ ਲੱਗ ਗਿਆ, ਕਹਿੰਦੇ ਹਾਊ ਡਜ਼ ਡੇਂਗੀ ਸਪਰੈਡ, ਡੇਂਗੀ ਕਿਵੇਂ ਫੈਲਦਾ ਹੈ, ਡੇਂਗੂ ਕਿਵੇਂ ਫੈਲਦਾ ਹੈ। ਸੋ ਜਵਾਬ ਹੈ ਡੇਂਗੀ ਸਪਰੈਡਸ ਥਰੂ ਦੀ ਬਾਈਟ ਆਫ ਐਨ ਈਡਿਸ ਮੋਸਕੀਟੋ। ਸੋ ਸੌਖਾ, ਕਿੰਨਾ ਆਸਾਨ ਹੈ ਨਾ। ਡੇਂਗੀ ਜਿਹੜਾ ਹੈ ਉਹ ਈਡਿਸ ਮੱਛਰ ਦੇ ਡੰਗ ਰਾਹੀਂ ਫੈਲਦਾ ਹੈ, ਠੀਕ ਹੈ। ਹਾਊ ਕੈਨ ਯੂ ਪ੍ਰੀਵੈਂਟ ਡੇਂਗੀ? ਤੁਸੀਂ ਡੇਂਗੀ ਤੋਂ ਕਿਵੇਂ ਬਚ ਸਕਦੇ ਹੋ? We can prevent dengue by wearing long sleeve clothes so that the infected mosquito is unable to bite. ਅਸੀਂ ਡੇਂਗੀ ਤੋਂ ਪੂਰੀਆਂ ਬਾਹਾਂ ਦੇ ਪੂਰੇ ਪਹੁੰਚਿਆਂ ਦੇ ਕੱਪੜੇ ਪਾ ਕੇ ਇਸ ਬੁਖਾਰ ਤੋਂ ਡੇਂਗੂ ਤੋਂ ਬਚ ਸਕਦੇ ਹਾਂ, ਤਾਂ ਕਿ ਜਿਹੜਾ ਇਨਫੈਕਟਡ ਮੱਛਰ ਹੈ ਉਹ ਸਾਨੂੰ ਦੰਦੀ ਨਾ ਵੱਢ ਸਕੇ, ਸਾਨੂੰ ਡੰਗ ਨਾ ਮਾਰ ਸਕੇ। ਫਿਰ ਕਹਿੰਦੇ what are the symptoms of dengue? ਡੇਂਗੀ ਦੇ ਜਿਹੜੇ ਲੱਛਣ ਨੇ ਉਹ ਕਿਹੜੇ ਨੇ, ਡੇਂਗੂ ਬੁਖਾਰ ਦੇ ਕਿਹੜੇ ਲੱਛਣ ਨੇ। ਸੋ ਇਹਦੀ ਲੰਬੀ ਲਿਸਟ ਹੈ ਬੱਚਿਓ, ਮੈਂ ਸਾਰੇ ਪਾ ਦਿੱਤੇ ਨੇ, ਤੁਸੀਂ ਕਈਆਂ ਨੂੰ ਜੋੜ ਵੀ ਸਕਦੇ ਹੋ, ਠੀਕ ਹੈ। ਦੀ ਸਿੰਪਟਮਸ ਆਫ ਡੇਂਗੀ ਆਰ ਸਡਨ ਹਾਈ ਫੀਵਰ, ਸੀਵੀਅਰ ਹੈਡੇਕ, ਪੇਨ ਬਿਹਾਈਂਡ ਆਈਜ਼। ਹੁਣ ਤੁਸੀਂ ਬੱਚਿਓ ਸੀਵੀਅਰ ਹੈਡੇਕ ਤੇ ਪੇਨ ਬਿਹਾਈਂਡ ਆਈਜ਼ ਨੂੰ ਇਕੱਠਾ ਵੀ ਕਰ ਸਕਦੇ ਹੋ, ਤੁਹਾਨੂੰ ਯਾਦ ਰੱਖਣਾ ਵੀ ਸੌਖਾ ਹੋ ਜਾਏਗਾ, ਹਨਾ। ਸੀਵੀਅਰ ਹੈਡੇਕ ਐਂਡ ਪੇਨ ਬਿਹਾਈਂਡ ਆਈਜ਼, ਮੈਂ ਇਹਨੂੰ ਅਲੱਗ-ਅਲੱਗ ਕੀਤਾ, ਤੁਸੀਂ ਦੋਨਾਂ ਨੂੰ ਇੱਥੇ ਕੋਮਾ ਪਾ ਕੇ ਸੀਵੀਅਰ ਹੈਡੇਕ ਐਂਡ ਪੇਨ ਬਿਹਾਈਂਡ ਆਈਜ਼ ਵੀ ਕਰ ਸਕਦੇ ਹੋ। ਫਿਰ ਸੀਵੀਅਰ ਜੁਆਇੰਟ ਐਂਡ ਮਸਲ ਪੇਨ, ਜੋੜਾਂ ਵਿੱਚ ਤੇ ਪੱਠਿਆਂ ਵਿੱਚ ਦਰਦ, ਫੈਟੀਗ ਥਕੇਵਾਂ, ਨੋਜ਼ੀਆ ਜਿਹਨੂੰ ਕਹਿੰਦੇ ਕਚਿਆਣ, ਤੇ ਇੱਥੇ ਕੋਮਾ ਪਾ ਕੇ ਵੋਮਿਟਿੰਗ ਉਲਟੀ, ਸਕਿਨ ਰੈਸ਼ ਮਤਲਬ ਕਿ ਪਿੱਤ, ਲਾਲ ਦਾਣੇ ਨਿਕਲੇ ਆਉਂਦੇ ਨੇ, ਕਦੋਂ ਨਿਕਲਦੇ? 2 to 5 days ਆਫਟਰ ਦੀ ਔਨਸੈਟ ਆਫ ਫੀਵਰ, ਬੁਖਾਰ ਚੜਨ ਤੋਂ 2 ਤੇ 5 ਦਿਨਾਂ ਦੇ ਵਿਚਕਾਰ। ਫਿਰ ਮਾਈਲਡ ਬਲੀਡਿੰਗ, ਹਲਕਾ ਜਿਹਾ ਖੂਨ ਵਗਣਾ, ਫਰੋਮ ਨੋਜ਼ ਔਰ ਗਮਸ, ਨੱਕ ਵਿੱਚੋਂ ਜਾਂ ਮਸੂੜਿਆਂ ਵਿੱਚੋਂ, ਗਮਸ ਦਾ ਮਤਲਬ ਹੁੰਦਾ ਹੈ ਮਸੂੜੇ, ਔਰ ਈਜ਼ੀ ਬਰੂਜ਼ਿੰਗ, ਤੇ ਬੜੇ ਸਹਿਜੇ ਹੀ ਝਰੀਟ ਪੈ ਜਾਣੀ, ਰਗੜ ਲੱਗ ਜਾਣੀ ਚਮੜੀ ਤੇ, ਠੀਕ ਹੈ ਬੱਚਿਓ। ਇਹ ਹੈਗੇ ਨੇ ਡੇਂਗੂ ਬੁਖਾਰ ਦੇ ਲੱਛਣ। ਫਿਰ ਆ ਗਿਆ ਬੱਚਿਓ ਚੂਜ਼ ਦੀ ਕਰੈਕਟ ਆਪਸ਼ਨ, ਸਹੀ ਚੋਣ ਨੂੰ ਚੁਣੋ। ਦੀ ਸਿੰਪਟਮਸ ਆਫ ਡੇਂਗੀ ਲਾਸਟ ਅਪ ਟੂ ਕਿੰਨੇ ਡੇਜ਼? 10 days ਲਿਖਿਆ ਹੈ ਨਾ। ਇਹਦੇ ਜਿਹੜੇ ਲੱਛਣ ਨੇ 10 ਦਿਨਾਂ ਤੱਕ ਰਹਿੰਦੇ ਹਨ, ਸੋ ਇਹਦਾ ਆਨਸਰ ਆ ਗਿਆ ਅਪ ਟੂ 10। ਫਿਰ ਅਗਲਾ ਆ ਗਿਆ ਦੀ ਸਿੰਪਟਮਸ ਆਫ ਡੇਂਗੀ ਆਰ ਹਾਈ ਫੀਵਰ ਹੁੰਦਾ ਹੈ, ਸੀਵੀਅਰ ਹੈਡੇਕ ਹੁੰਦਾ ਹੈ, ਫੈਟੀਗ ਹੁੰਦੀ ਹੈ, ਥਕੇਵਾਂ ਹੁੰਦਾ ਹੈ। ਸੋ ਕਹਿੰਦੇ ਆਲ ਆਫ ਥੀਸ, ਸੋ ਸਾਰੇ ਹੁੰਦੇ ਨੇ, ਸੋ ਅਸੀਂ ਇੱਥੇ ਆਲ ਆਫ ਥੀਸ ਤੇ ਟਿੱਕਾ ਲਾਤਾ, ਕਿਉਂਕਿ ਫੀਵਰ ਵੀ ਹੈ, ਹੈਡੇਕ ਵੀ ਹੈ, ਫੈਟੀਗ ਵੀ ਹੈ, ਇਹ ਸਾਰੇ ਇਹਦੇ ਲੱਛਣ ਨੇ। ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਇਹ ਵਾਲੀ ਐਕਟੀਵਿਟੀ ਕੰਪਰੀਹੈਂਸ਼ਨ ਪੈਸੇਜ ਜੋ ਬੜੀ ਹੀ ਮਹੱਤਵਪੂਰਨ ਸੀ, ਬੜੀ ਜਾਣਕਾਰੀ ਭਰਪੂਰ ਸੀ, ਔਰ ਸਾਡੀ ਸਾਰਿਆਂ ਦੇ ਜੀਵਨ ਦੇ ਨਾਲ ਜੁੜੀ ਹੋਈ ਹੈ। ਤੇ ਇਹਨੂੰ ਬੱਚਿਓ ਬੜੇ ਧਿਆਨ ਦੇ ਨਾਲ ਇਹਨੂੰ ਪੜ੍ਹੋ, ਸੁਣੋ, ਲਿਖ ਲਵੋ ਤੇ ਆਪਣੇ ਘਰ ਦੇ ਸਾਰੇ ਮੈਂਬਰਾਂ ਨਾਲ, ਦੋਸਤਾਂ ਮਿੱਤਰਾਂ ਨਾਲ, ਹੋਰ ਰਿਸ਼ਤੇਦਾਰਾਂ ਨਾਲ ਵੀ ਇਸ ਗੱਲ ਨੂੰ ਸਾਂਝਾ ਕਰੋ, ਤਾਂ ਕਿ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਲੱਗੇ ਤੇ ਨਾਲੇ ਇਸੀ ਬਹਾਨੇ ਤੁਹਾਡੀ ਜਿਹੜੀ ਹੈ ਇਹ ਸਬਕ ਜਿਹੜਾ ਹੈ ਪੱਕਾ ਹੋ ਜਾਏਗਾ। ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ, ਨਿਰੰਤਰਤਾ ਦੇ ਨਾਲ, ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ, ਖੂਬ ਤਰੱਕੀਆਂ ਮਾਣੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।